ਘਟਾਂ ਕਾ ਅੰਤਰ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੋਜ਼ਾਨਾ ਦੀ ਤਰ੍ਹਾਂ ਆਪ ਸਮੂਹ ਨਿਤਨੇਮੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਇਸ ਬਾਰਗਾਹ ਅੰਦਰ ਸੁਭਾਏਮਾਨ ਹੋਏ ਹੋ। ਬੜੇ ਸ਼ਰਧਾ ਭਿੱਜੇ ਹਿਰਦਿਆਂ ਨਾਲ ਗੁਰੂ ਜੀ ਦੀ ਪਾਵਨ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਸ ਦਰ ਘਰ ਦੀ ਬਹੁਤ ਵੱਡੀ ਮਰਿਆਦਾ ਹੈ। ਇੱਥੇ ਅਦਬ ਨਿਮਰਤਾ ਦੇ ਨਾਲ ਪੇਸ਼ ਆਇਆ ਜਾਏ। ਸੋ ਜ਼ਰੂਰ ਇਕਾਗਰਤਾ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਮਨ ਇਕਾਗਰ ਹੋਏਗਾ ਗੁਰੂ ਜੀ ਦਾ ਪਾਵਨ ਸ਼ਬਦ ਵੀ ਤਾਂ ਹੀ ਸਾਨੂੰ ਸੁਣੇਗਾ, ਤਾਂ ਹੀ ਸਾਨੂੰ ਸਮਝ ਆਏਗਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਖਿਆ ਸੀ, ਹਰ ਜਸ ਸੁਣਤੇ ਬਾਤ ਚਲਾਵੈ, ਨੰਦ ਲਾਲ ਗੁਰ ਕੋ ਸਿੱਖ ਨਾ ਪਾਵੈ। ਉਹਨੇ ਗੁਰੂ ਨੂੰ, ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਕਰਨਾ, ਕਿਉਂਕਿ ਜਿਨ੍ਹਾਂ ਦੀ ਇਕਾਗਰਤਾ ਬਣੀ ਹੁੰਦੀ ਹੈ, ਮਨ ਜੁੜਿਆ ਹੁੰਦਾ ਹੈ, ਇਹ ਨਾ ਹੋਏ ਆਪਾਂ ਉਸ ਨੂੰ ਤੋੜਨ ਦੇ ਭਾਗੀਦਾਰ ਬਣ ਜਾਈਏ। ਸੋ ਬੜਾ ਜ਼ਰੂਰੀ ਹੈ। ਅਤੇ ਮੈਂ ਵੀ ਬੇਨਤੀ ਕਰਾਂ, ਜਿੱਥੇ ਕੀਰਤਨ ਹੈ, ਰਾਗੀ ਸਿੰਘਾਂ ਕੋਲ ਸਾਜ ਦਾ, ਰਾਗ ਦਾ ਸਹਾਰਾ ਹੁੰਦਾ ਹੈ। ਬੜੀਆਂ ਆਵਾਜ਼ਾਂ ਦੱਬੀਆਂ ਜਾਂਦੀਆਂ ਨੇ ਸਾਜ ਨਾਲ, ਤਬਲੇ ਨਾਲ, ਅਤੇ ਸਾਡੇ ਕਥਾਵਾਚਕਾਂ ਕੋਲ ਹੀ ਕੋਈ ਸਹਾਰਾ ਹੁੰਦਾ ਸ਼ਬਦ ਦਾ। ਨਾਲ ਕੋਈ ਸਾਥੀ ਵੀ ਨਹੀਂ, ਨਾਲ ਕੋਈ ਸਾਜ ਵੀ ਨਹੀਂ। ਇਸ ਵਾਸਤੇ ਬੜੀ ਇਕਾਗਰਤਾ ਦੀ ਲੋੜ ਹੈ। ਤੋ ਜ਼ਰੂਰ ਗੁਰੂ ਕਿਰਪਾ ਕਰੇ ਇਸ ਪੱਖ ਵੱਲ ਆਪ ਜੀ ਧਿਆਨ ਦਿਆ ਕਰੋ, ਕਿਉਂਕਿ ਵੇਖ ਰਹੇ ਹਾਂ ਪਿਛਲੇਰੇ ਦਿਨਾਂ ਤੋਂ। ਠੀਕ ਹੈ, ਬੱਚੇ ਗੁਰੂ ਦਰ ਘਰ ਆਉਣ, ਇਹ ਸਭ ਦਾ ਦਰ ਹੈ, ਕਿਉਂਕਿ ਬੱਚਿਆਂ ਨੂੰ ਨਾ ਲੈ ਕੇ ਆਵਾਂਗੇ, ਜਿਗਿਆਸਾ ਕਿੱਥੋਂ ਪੈਦਾ ਹੋਏਗੀ। ਪਰ ਨਾਲ ਉਹਨਾਂ ਨੂੰ ਯਤਨ ਕਰਨਾ ਬਿਠਾਉਣ ਦਾ। ਜੇ ਨਹੀਂ ਤੇ ਬਾਹਰ ਵੀ ਜੋ ਛੋਟੇ ਬੱਚੇ ਨੇ ਮਾਵਾਂ ਕੋਲ, ਵੀਰਾਂ ਕੋਲ, ਉਹ ਬਹਿ ਕੇ ਬਾਣੀ ਦਾ ਆਨੰਦ ਲੈ ਸਕਦੇ ਨੇ। ਸੋ ਆਓ ਆਪਾਂ ਵਿਚਾਰ ਦੀ ਰਮਤਾ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ 11ਵੀਂ ਵਾਰ 'ਚ ਕਰ ਰਹੇ ਨੇ। ਕੱਲ੍ਹ ਆਪਾਂ ਸਰਵਣ ਕੀਤਾ ਸੀ, ਭਾਈ ਗੁਰਦਾਸ ਜੀ ਨੇ ਤਾਰੂ ਪੋਪਟ ਦਾ ਜ਼ਿਕਰ ਕੀਤਾ, ਜਿਹਨੇ ਛੋਟੀ ਉਮਰ 'ਚ ਹੀ ਗੁਰੂ ਨਾਨਕ ਦੀ ਸਿੱਖਿਆ ਲਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹਾਜ਼ਰ ਹੋਏ ਸਨ। ਸਤਿਗੁਰੂ, ਘਰ 'ਚ ਅੱਗ ਬਲਦੀ ਹੈ ਨਾ, ਅੱਗ ਬਲਦੀ ਹੋਈ ਛੋਟੀਆਂ ਲੱਕੜਾਂ ਵੀ ਖਾ ਜਾਂਦੀ ਹੈ, ਵੱਡੀਆਂ ਵੀ ਖਾ ਜਾਂਦੀ ਹੈ। ਮੇਰੇ ਸਤਿਗੁਰ ਇਸੇ ਤਰ੍ਹਾਂ ਕਾਲ ਮੌਤ ਹੈ, ਸਭ ਨੂੰ ਖਾ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਤਾਰੂ ਪੋਪਟ ਧਰਮ ਦੀ ਕਿਰਤ ਕਰੀ, ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪੀ, ਦੂਜੇ ਦਾ ਦੁੱਖ ਆਪਣਾ ਦੁੱਖ ਜਾਣੀ। ਅਤੇ ਭਾਈ ਤਾਰੂ ਪੋਪਟ ਜੀ ਪਹਿਲੇ ਸ਼ਹੀਦ ਹੋਏ ਨੇ ਗੁਰੂ ਨਾਨਕ ਦੇ ਦਰ ਘਰ ਨੇ।
ਬਾਬਰ ਦੇ ਹਮਲਿਆਂ ਦੇ ਸਮੇਂ ਲੋਕਾਂ ਦੇ ਘਰਾਂ ਦੀ ਅੱਗ ਬੁਝਾਉਂਦੇ ਬੁਝਾਉਂਦੇ ਆਪ ਅੱਗ ਵਿੱਚ ਸ਼ਹੀਦ ਹੋ ਗਏ ਸਨ। ਦੂਸਰਾ ਜ਼ਿਕਰ ਭਾਈ ਗੁਰਦਾਸ ਜੀ ਨੇ ਮੂਲਾ ਕੀੜ ਜੀ ਦਾ ਕੀਤਾ ਹੈ, ਜਿਹਨੂੰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਦੇਖ ਕੇ ਅਣਡਿੱਠ ਕੀਤਾ। ਗੁਰੂ ਦੇ ਸਿੱਖ ਦੇ ਰੂਪ ਅੰਦਰ ਕੋਈ ਬਹਿ ਰੂਪੀਆ ਘਰ 'ਚ ਆਇਆ, ਕਦੇ ਉਲਾਂਭਾ ਨਾ ਮਿਲ ਜਾਏ ਗੁਰੂ ਨਾਨਕ ਦੇ ਵਿਹੜੇ ਨੂੰ। ਇਸ ਨੇ ਉਸ ਦੀ ਪੈਜ ਰੱਖੀ ਸੀ ਭਾਈ ਮੂਲਾ ਕੀੜ ਜੀ ਨੇ, ਤੇ ਗੁਰੂ ਕੀ ਸੰਗਤ ਨਾਲ ਪਿਆਰ ਬਣਾਇਆ। ਗੁਰਸਿੱਖਾਂ ਵਿੱਚੋਂ ਗੁਰੂ ਦੇ ਦੀਦਾਰ ਕੀਤੇ ਨੇ। ਫਿਰ ਪਿਰਥਾ ਖੇੜਾ, ਇਹ ਦੋ ਸਿੱਖ ਜਿਹੜੇ ਗੁਰੂ ਨਾਨਕ ਸਾਹਿਬ ਕੋਲ ਆਏ, ਸਤਿਗੁਰੂ ਤੁਹਾਡੇ ਚਰਨਾਂ ਨਾਲ ਜੁੜੇ ਰਹਿਣਾ ਚਾਹੁੰਦੇ ਆ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਫਿਰ ਦੋ ਥਾਵਾਂ ਨਾ ਛੱਡਿਓ, ਸੰਗਤ ਨਾ ਛੱਡਿਓ ਤੇ ਸ਼ਬਦ ਦਾ ਅਭਿਆਸ ਨਾ ਛੱਡਿਓ। ਜਿੱਥੇ ਸੰਗਤ ਗੁਰੂ ਸ਼ਬਦ ਦਾ ਅਭਿਆਸ ਹੈ, ਉੱਥੇ ਸਮਝ ਲਓ ਗੁਰੂ ਦੇ ਚਰਨ ਵਸਦੇ ਨੇ। ਅੱਗੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਜੇ ਸਿੱਖ ਦਾ ਬਹੁਤ ਅਹਿਮ ਗੁਰੂ ਨਾਨਕ ਦੇ ਦਰ ਕਰਨ ਦਾ। ਆਓ ਆਪਾਂ ਵਿਚਾਰ ਦੀ ਆਰੰਭਤਾ ਕਰੀਏ। ਸਾਰੀ ਸੰਗਤ ਪਿਆਰ ਸਹਿਤ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ 11ਵੀਂ ਵਾਰ ਦੀ 13ਵੀਂ ਪੌੜੀ ਦੀ ਚੌਥੀ ਪੰਕਤੀ 'ਚ ਆਖਦੇ ਨੇ, ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ ਮੀਰਾਸੀ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਹੈ ਭਾਈ ਮਰਦਾਨਾ ਜੀ ਵਾਸਤੇ ਭਲਾ। ਭਲਾ ਦਾ ਅਰਥ ਹੈ ਚੰਗਾ। ਭਾਵੇਂ ਤਲਵੰਡੀ ਦੀ ਧਰਤੀ ਗਰੀਬੀ ਦੇ ਪੰਘੂੜੇ 'ਚ ਪਲੇ ਨੇ ਭਾਈ ਮਰਦਾਨਾ ਜੀ। ਪਿਤਾ ਦਾ ਨਾਮ ਭਾਈ ਮੀਰ ਬਦਰ, ਮਾਤਾ ਦਾ ਨਾਮ ਬੀਬੀ ਲੱਖੋ ਜੀ। ਵੇਖੋ ਕੋਈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੇ ਆਪਾਂ ਜੀਵਨ ਵੇਖਦੇ ਹਾਂ, ਘਰ ਦਾ ਜੀ ਵੀ ਇੰਨਾ ਗੁਰੂ ਨਾਨਕ ਸਤਿਗੁਰ ਦੇ ਨਾਲ ਨਹੀਂ ਰਿਹਾ ਜਿੰਨੇ ਭਾਈ ਮਰਦਾਨਾ ਜੀ ਰਹੇ ਨੇ। ਭਾਈ ਮਰਦਾਨਾ ਜੀ 10 ਸਾਲ ਵੱਡੇ ਨੇ ਗੁਰੂ ਨਾਨਕ ਸਾਹਿਬ ਤੋਂ। ਤੇ ਭਾਈ ਮਨੀ ਸਿੰਘ ਜੀ ਨੇ ਜ਼ਿਕਰ ਕੀਤਾ, ਨਾਮ ਰੱਖਿਆ ਸੀ ਦਾਨਾ ਭਾਈ ਮਰਦਾਨਾ ਜੀ ਦਾ। ਤੇ ਧੰਨ ਗੁਰੂ ਨਾਨਕ ਸਤਿਗੁਰ ਜੀ ਦਾ ਵੀ ਪ੍ਰਕਾਸ਼ ਤਲਵੰਡੀ ਦੀ ਪਾਵਨ ਧਰਤੀ ਤੇ ਹੋਇਆ, ਜਿਹਨੂੰ ਅੱਜ ਕੱਲ੍ਹ ਆਪਾਂ ਨਨਕਾਣਾ ਸਾਹਿਬ ਜੀ ਆਖਦੇ ਹਾਂ। ਧੰਨ ਗੁਰੂ ਨਾਨਕ ਸਤਿਗੁਰੂ ਭਾਈ ਮਰਦਾਨਾ ਜੀ ਬਚਪਨ ਦੇ ਸਾਥੀ ਨੇ ਦੋਨੋਂ। ਭਾਵੇਂ ਉਮਰ ਦੇ ਵਿੱਚ 10 ਸਾਲ ਦਾ ਫਰਕ ਹੈ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ। ਪਰ ਜਦੋਂ ਆਪਾਂ ਇਤਿਹਾਸ ਦੇ ਸਰੋਤ ਪੜ੍ਹਦੇ ਹਾਂ, ਭਾਈ ਮਰਦਾਨਾ ਜੀ ਗੁਰੂ ਨਾਨਕ ਸਤਿਗੁਰ ਦੇ ਨਾਲ ਹੁੰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ 20 ਰੁਪਏ ਦਾ ਸੱਚਾ ਸੌਦਾ ਕਰਨ ਜਾਂਦੇ ਨੇ, ਜਿੱਥੋਂ ਲੰਗਰ ਦੀ ਮਰਿਆਦਾ ਸ਼ੁਰੂ ਹੋਈ ਹੈ, ਚੂੜਕਾਣੇ ਦੀ ਧਰਤੀ, ਤਲਵੰਡੀ ਦੀ ਧਰਤੀ ਤੋਂ ਇੱਕ ਸੱਜਣ ਨੂੰ ਨਾਲ ਲੈ ਕੇ ਚੱਲੇ ਸਨ। ਚੱਲ ਆਪਾਂ, ਪਿਤਾ ਜੀ ਨੇ ਕਿਹਾ ਖਰਾ ਸੌਦਾ ਕਰਨਾ ਹੈ, ਚੱਲ ਭਾਈ ਮਰਦਾਨਿਆ ਅੱਜ ਆਪਾਂ ਖਰਾ ਸੌਦਾ ਹੀ ਕਰਾਂਗੇ। ਇਤਿਹਾਸ ਦੱਸਦਾ ਉਦੋਂ ਵੀ ਭਾਈ ਸਾਹਿਬ ਭਾਈ ਮਰਦਾਨਾ ਜੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚੂੜਕਾਣੇ ਦੀ ਧਰਤੀ ਲੰਗਰ ਵਰਤਾਉਣ ਦੀ ਸੇਵਾ ਭਾਈ ਮਰਦਾਨਾ ਜੀ ਨੇ ਕੀਤੀ ਹੈ। ਭਾਈ ਮਰਦਾਨਾ ਜੀ ਵੇਖੋ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਮੀਰਾਸੀ। ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਮਰਾਸੀ, ਇਹ ਕੋਈ ਜਾਤੀ ਸੂਚਕ ਸ਼ਬਦ ਨਹੀਂ ਹੈ। ਮਿਰਾਸੀ ਸ਼ਬਦ ਦਾ ਅਰਥ ਹੈ ਮਿਰਾਸ, ਵਿਰਾਸਤ। ਇਹ ਕੁਰਸੀਨਾਮਾ ਸਾਂਭਿਆ ਕਰਦੇ ਸਨ, ਵਿਰਾਸਤ ਸਾਂਭਿਆ ਕਰਦੇ ਸਨ। ਪਿਤਾ ਦਾ ਨਾਮ, ਦਾਦੇ ਦਾ ਨਾਮ, ਅੱਗੇ ਨਾਮ। ਇੱਥੋਂ ਸ਼ਬਦ ਬਣਿਆ ਮੀਰਾਸੀ, ਭਾਵ ਵਿਰਾਸਤ ਨੂੰ ਸਾਂਭਣ ਵਾਲੇ। ਜਿਨ੍ਹਾਂ ਦੇ ਪਰਿਵਾਰ ਨੂੰ, ਕੁੱਲਾਂ ਨੂੰ
ਦੂਜੇ ਦੀਆਂ ਕੁੱਲਾਂ ਦਾ ਪਤਾ ਹੁੰਦਾ ਸੀ, ਜਿੱਥੋਂ ਫਿਰ ਉਹਨਾਂ ਦੇ ਘਰਾਂ 'ਚ ਜਸ ਗਾ ਕੇ ਆਪਣੀ ਰੋਜੀ ਰੋਟੀ ਕਮਾਇਆ ਕਰਦੇ ਸਨ। ਭਾਈ ਮਰਦਾਨਾ ਜੀ ਦੇ ਬਜ਼ੁਰਗ ਜੇ ਆਪਾਂ ਦੇਖਦੇ ਹਾਂ ਤਾਂ ਧੰਨ ਗੁਰੂ ਨਾਨਕ ਸਤਿਗੁਰੂ ਦਾ ਸਾਥ ਬਣਿਆ ਹੈ। ਗੁਰੂ ਨਾਨਕ ਸਤਿਗੁਰੂ ਜਦੋਂ ਤਲਵੰਡੀ ਦੀ ਧਰਤੀ ਤੋਂ ਜੀਜੇ ਜੈ ਰਾਮ ਜੀ ਕੋਲ ਜਾਂਦੇ ਨੇ ਸੁਲਤਾਨਪੁਰ ਲੋਧੀ, ਉੱਥੇ ਵੀ ਭਾਈ ਮਰਦਾਨਾ ਜੀ ਜਾ ਕੇ ਹਾਜ਼ਰ ਹੁੰਦੇ ਨੇ। ਜਦੋਂ ਪਿਤਾ ਮਹਿਤਾ ਕਲਿਆਣ ਦਾਸ ਜੀ ਨੂੰ ਪੁੱਤਰ ਦੀ ਯਾਦ ਆਉਂਦੀ ਸੀ ਤੇ ਭਾਈ ਮਰਦਾਨਾ ਜੀ ਨੂੰ ਭੇਜਦੇ ਸਨ, ਮਰਦਾਨਿਆਂ ਜਾ ਮੇਰੇ ਪੁੱਤਰ ਦਾ ਪਤਾ ਲੈ ਕੇ ਆ। ਤੇ ਕਿੰਨਾ ਕਿੰਨਾ ਸਮਾਂ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਰਹਿੰਦੇ ਸਨ। ਤਲਵੰਡੀ ਦੀ ਧਰਤੀ 'ਤੇ ਵੀ, ਸੁਲਤਾਨਪੁਰ ਲੋਧੀ ਉਸ ਧਰਤੀ 'ਤੇ ਵੀ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਗੁਰੂ ਜੀ ਦੀ ਸੇਵਾ 'ਚ ਹਾਜ਼ਰ ਹੋਏ ਨੇ। ਤੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਧੰਨ ਗੁਰੂ ਨਾਨਕ ਸਤਿਗੁਰੂ ਦਾ ਇੱਕ ਪੁਸ਼ਾਕਾ ਬੜਾ ਸੋਹਣਾ, ਬੜਾ ਕੀਮਤੀ ਵਸਤਰ ਭਾਈ ਮਰਦਾਨਾ ਜੀ ਦੇਖ ਰਹੇ ਸਨ। ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੇ ਵਾਸਤੇ ਹੈ ਮਰਦਾਨਾ ਜੀ, ਪਰ ਮਰਦਾਨਾ ਜੀ ਯਾਦ ਰੱਖਿਓ ਇਹਦੀ ਝੋਲੀ ਕਿਸੇ ਹੋਰ ਅੱਗੇ ਨਾ ਤੁਸੀਂ ਅੱਡਿਓ। ਵਸਤਰ ਤੁਹਾਡਾ ਹੈ, ਇਹ ਮੇਰਾ ਚੋਲਾ ਨਹੀਂ ਮਰਦਾਨਾ, ਇਹ ਤੇਰਾ ਚੋਲਾ ਹੈ, ਪਰ ਯਾਦ ਰੱਖੀ ਇਹ ਚੋਲਾ ਕਿਸੇ ਹੋਰ ਦੇ ਅੱਗੇ ਨਾ ਅੱਡੀ। ਝੋਲੀ ਲੋੜ ਪਈ ਮਰਦਾਨਿਆਂ ਮੈਨੂੰ ਦੱਸ ਦੇਈ। ਇਤਿਹਾਸਕਾਰਾਂ ਨੇ ਬੋਲ ਲਿਖੇ ਨੇ, ਭਾਈ ਮਰਦਾਨਾ ਜੀ ਦੀ ਧੀ ਦਾ ਜਦੋਂ ਆਨੰਦ ਕਾਰਜ ਸੀ, ਲਾਹੌਰ ਦੇ ਬੜੇ ਧਨਾੜ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਭਗੀਰਥ ਮੈਲ ਸਿੰਘਾਂ ਦੇ ਸਨ ਤੇ ਭਾਈ ਮਨਸੁਖ, ਬਹੁਤ ਵੱਡੇ ਧਨਾੜ ਸਿੱਖ। ਭਾਈ ਮਰਦਾਨਾ ਜੀ ਦੀ ਧੀ ਦਾ ਜਦੋਂ ਵਿਆਹ ਆਨੰਦ ਕਾਰਜ ਸੀ, ਉਦੋਂ ਵੀ ਸਾਹਿਬ ਨੇ ਕਿਹਾ ਸੀ, ਮਰਦਾਨਿਆਂ ਜੋ ਚਾਹੀਦਾ ਹੈ ਲਿਖ ਲੈ ਕਾਗਜ਼ ਤੇ ਲਾਹੌਰ ਭੇਜਿਆ ਸੀ। ਉੱਥੋਂ ਸਾਰੀਆਂ ਵਸਤਾਂ, ਧੀ ਦਾ ਗਹਿਣਾ ਵਸਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਮਰਦਾਨਿਆਂ ਇਹ ਸਾਡੀ ਸੇਵਾ ਹੈ। ਉੱਥੇ ਵੀ ਗੁਰੂ ਨਾਨਕ ਸਤਿਗੁਰੂ ਹਾਜ਼ਰ ਹੁੰਦੇ ਨੇ। ਇਹ ਸਾਂਝ ਹੈ ਗੁਰਮੁਖ ਪਿਆਰਿਓ। ਤੇ ਇੱਕ ਵਾਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਕਿਉਂਕਿ ਸਤਿਗੁਰੂ ਨੂੰ ਪਤਾ ਸੀ ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ਼ ਆਈ। ਗੁਰੂ ਦਾ ਦਾਇਰਾ ਬਹੁਤ ਵੱਡਾ ਹੈ ਗੁਰਮੁਖ ਪਿਆਰਿਓ। ਸਾਨੂੰ ਉਹ ਕੁਝ ਨਹੀਂ ਦਿਸਦਾ ਜੋ ਗੁਰੂ ਨੂੰ ਦਿਸਦਾ ਹੈ। ਤਾਂ ਹੀ ਮੇਰੇ ਵਰਗੇ ਵਿਆਖਿਆ ਕੁਝ ਹੋਰ ਕਰ ਜਾਂਦੇ ਨੇ, ਗੁਰੂ ਦਾ ਮਨੋਰਥ ਕੁਝ ਹੋਰ ਹੁੰਦਾ ਹੈ। ਤੇ ਧੰਨ ਗੁਰੂ ਨਾਨਕ ਸਤਿਗੁਰੂ ਜਦੋਂ ਧਿਆਨ ਧਰਦੇ ਨੇ, ਭਾਈ ਗੁਰਦਾਸ ਜੀ ਨੇ ਆਖਿਆ, ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ਼ ਆਈ। ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਵਿਚਾਰ ਬਣਾਈ ਸੀ, ਉੱਥੇ ਭਾਈ ਮਰਦਾਨਾ ਜੀ ਦਾ ਖਿਆਲ ਆਇਆ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਰਦਾਨਿਆਂ ਰਬਾਬ ਭਲੀ ਵਜਾਉਣਾ ਹੈ, ਕਿਉਂਕਿ ਮਿਰਾਸੀ ਸੀ। ਸਾਜ ਤੇ ਰਾਗ ਇਹ ਵੀ ਵਿਰਾਸਤ 'ਚੋਂ ਹੀ ਮਿਲੇ ਹੈ। ਆਮ ਤੌਰ 'ਤੇ ਅੱਜ ਵੀ ਆਪਾਂ ਕਹਿੰਦੇ ਹਾਂ ਵੀ ਮਰਾਸੀਆਂ ਦਾ ਬੱਚਾ ਰੋਂਦਾ ਹੈ, ਉਹ ਵੀ ਸੁਰ 'ਚ ਹੀ ਰੋਂਦਾ ਹੈ। ਇਹ ਵਿਰਾਸਤ 'ਚ ਮਿਲਿਆ ਹੁੰਦਾ ਹੈ। ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਰਦਾਨਿਆਂ ਮੇਰੇ ਨਾਲ ਚੱਲਣਾ ਹੈ। ਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ, ਸਤਿਗੁਰੂ ਤੁਹਾਡੇ ਪਿਤਾ ਪਟਵਾਰੀ ਨੇ, ਸਤਿਗੁਰ ਤੁਹਾਡੇ ਘਰ ਕੋਈ ਕਮੀ ਨਹੀਂ। ਤੇ ਸਤਿਗੁਰ ਅਸੀਂ ਤਾਂ ਸਾਜ ਵਜਾ ਕੇ ਖਾਂਦੇ ਹਾਂ, ਸਤਿਗੁਰ ਮੇਰਾ ਨਿਰਵਾਹ ਕਿਵੇਂ ਚੱਲੇਗਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਮਰਦਾਨਿਆਂ ਕਰਤਾਰ ਆਪੇ ਤੇਰੇ ਘਰ ਦਾਤਾਂ ਬਖਸ਼ਿਸ਼ ਕਰੇਗਾ। ਮਰਦਾਨਿਆਂ ਕਰਤਾਰ ਤੇ ਭਰੋਸਾ ਰੱਖੀ, ਤੇਰੇ ਘਰ ਤੋਟ ਨਹੀਂ ਆਏਗੀ। ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਭਾਈ ਮਰਦਾਨਾ ਜੀ ਕੋਲੋਂ
ਰਬਾਬ ਮੰਗਾਈ ਸੀ। ਉਹ ਸਿੱਖ ਦਾ ਨਾਮ ਹੈ ਭਾਈ ਫਿਰੰਦਾ। ਭਾਈ ਮਰਦਾਨਾ ਜੀ ਗਏ ਸਨ ਭਾਈ ਫਿਰੰਦੇ ਕੋਲ। ਭਾਈ ਫਿਰੰਦੇ ਜੀ ਨੇ ਵੀ ਕਿਹਾ ਸੀ ਵੀ ਬਾਕੀ ਸਾਜ਼ ਮੈਂ ਵੇਚਤੇ, ਆ ਰਬਾਬ ਵੇਚਣ ਜੋਗੀ ਨਹੀਂ ਹੈ, ਇਹਦਾ ਮੁੱਲ ਕੋਈ ਨਹੀਂ। ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਤੇ ਭੇਟਾ ਲੈ ਕੇ ਆਇਆ। ਬੇਬੇ ਨਾਨਕੀ ਨੇ ਉਸ ਵਕਤ ਦੀ ਜਿਹੜੀ ਕਰੰਸੀ ਹੋਏਗੀ 5 ਰੁਪਇਆਂ ਦਾ ਜ਼ਿਕਰ ਆਉਂਦਾ, ਬੇਬੇ ਨਾਨਕੀ ਨੇ ਉਹ ਦਿੱਤੇ ਸਨ। ਭਾਈ ਮਰਦਾਨਾ ਜੀ ਕਹਿੰਦੇ ਮੈਂ ਤੇ ਭੇਟਾ ਲੈ ਕੇ ਆਇਆ। ਭਾਈ ਫਿਰੰਦਾ ਕਹਿਣ ਲੱਗੇ ਵੀ ਇਹਦੀ ਬਸ ਭੇਟਾ ਹੀ ਹੈ, ਜਦੋਂ ਵੀ ਤੁਸੀਂ ਰਬਾਬ ਵਜਾਇਓ ਗੁਰੂ ਨਾਨਕ ਲਾਗੇ ਵਜਾਇਓ, ਕਿਉਂਕਿ ਰਾਜਿਆਂ ਦੇ ਦਰਬਾਰ ਵਿੱਚ ਵੀ ਰਾਗ ਹੁੰਦੇ ਸਨ, ਉੱਥੇ ਵੀ ਤਾਂ ਹੀ ਇਹਨੂੰ। ਤੇ ਦੂਜਾ ਜਿੱਥੇ ਐਸ਼ ਪ੍ਰਸਤੀ ਦੇ ਸਾਧਨ ਹੁੰਦੇ ਸਨ, ਖੈਰ ਉੱਥੇ ਵੀ ਰਾਗ ਹੁੰਦੇ ਸਨ। ਤੋ ਕਿਹਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਦੇ ਕੋਲ ਵਜਾਈ। ਤੇ ਜਦੋਂ ਗੁਰੂ ਨਾਨਕ ਕਹਿਣ ਮਰਦਾਨਿਆਂ ਰਬਾਬ ਵਜਾ ਵਜਾ ਦਈ, ਬਸ ਇਹਦੀ ਭੇਟਾ ਇਹੋ ਹੀ ਹੈ। ਭਾਈ ਫਿਰੰਦੇ ਜੀ ਕੋਲੋਂ ਭਾਈ ਮਰਦਾਨਾ ਜੀ ਹੀ ਰਬਾਬ ਲੈ ਕੇ ਆਏ ਸਨ। ਵੈਸੇ ਰਬਾਬ ਦਾ ਇਤਿਹਾਸ ਬਹੁਤ ਪੁਰਾਣਾ ਹੈ, ਇਹਦੀਆਂ 4 ਤਾਰਾਂ ਹੁੰਦੀਆਂ ਨੇ ਲਗਭਗ। ਆ ਪਿੱਛੇ ਜੇ ਪ੍ਰਬੰਧਕ ਵੀਰਾਂ ਨੇ ਉਪਰਾਲਾ ਕੀਤਾ ਸੀ, ਕਿਉਂਕਿ ਇਹ ਤੰਤੀ ਸਾਜ਼ ਨੇ, ਰਬਾਬ ਹੈ, ਦਿਲਰੁਬਾ ਹੈ, ਤਾਊਸ ਹੈ। ਇਹ ਸਤਿਗੁਰੂ ਗੁਰੂ ਦਰਬਾਰ 'ਚ ਵਰਤਦੇ ਰਹੇ ਨੇ, ਤੰਤੀ ਸਾਜ਼ ਸਨ ਜਿਹੜੇ। ਤੋ ਠੀਕ ਹੈ, ਹੁਣ ਫਿਰ ਖੈਰ ਥੋੜ੍ਹਾ ਥੋੜ੍ਹਾ ਝੁਕਾਅ ਹੋ ਰਿਹਾ ਹੈ ਤੰਤੀ ਸਾਜ਼ਾਂ ਵਾਲੇ ਪਾਸੇ। ਖੈਰ ਤੋ ਰਬਾਬ ਦੇ ਵਿੱਚ ਹੀ ਤਾਲ ਹੁੰਦੀ ਹੈ, ਉਹਦੇ ਨਾਲ ਵੱਖਰਾ ਕੋਈ ਮਿਰਦੰਗ ਜਾਂ ਤਬਲਾ ਵਜਾਉਣ ਦੀ ਲੋੜ ਨਹੀਂ ਹੁੰਦੀ। ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਫਿਰੰਦੇ ਕੋਲੋਂ ਰਬਾਬ ਲੈ ਕੇ ਆਏ ਸਨ। ਤੇ ਉੱਥੇ ਫਿਰ ਭਾਈ ਮਰਦਾਨਾ ਜੀ ਨੇ ਕਿਹਾ ਸੀ ਸਤਿਗੁਰੂ ਤੁਹਾਡੇ ਨਾਲ ਕਿਵੇਂ ਚੱਲਾਂਗਾ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਮੇਰੇ ਨਾਲ ਤੁਰ ਸਕਦਾ, ਪਰ ਇੱਕੋ ਹੀ ਸ਼ਰਤ ਹੈ, ਗੁਰੂ ਨਾਲ ਤੁਰਨ ਵਾਸਤੇ ਗੁਰੂ ਦੀ ਸ਼ਰਤ ਮੰਨਣੀ ਪੈਂਦੀ ਹੈ, ਸਾਨੂੰ ਸ਼ਰਤ ਰੱਖਣ ਦੀ ਲੋੜ ਨਹੀਂ ਹੁੰਦੀ, ਗੁਰੂ ਦੀ ਸ਼ਰਤ ਮੰਨਣੀ ਪੈਂਦੀ। ਉੱਥੇ ਸਾਹਿਬ ਨੇ 3 ਬਚਨ ਆਖੇ ਸਨ ਭਾਈ ਮਰਦਾਨੇ ਜੀ ਨੂੰ। ਸਾਹਿਬ ਕਹਿੰਦੇ ਭਾਈ ਮਰਦਾਨਿਆਂ ਅੰਮ੍ਰਿਤ ਵੇਲਾ ਨਾ ਖੁੰਜਾਈ, ਕੇਸ ਨਾ ਕਟਾਈ, ਤੰਬਾਕੂ ਨਾ ਖਾਈ, ਇਹ ਪੈ ਤੇਰੀ ਰੀਤ ਜਾਣੀ। ਕਿਉਂਕਿ ਤੁਹਾਨੂੰ ਪਤਾ ਹੈ ਸੰਗੀਤ ਦਾ ਤੇ ਨਸ਼ਿਆਂ ਦਾ ਬੜਾ ਗਹਿਰਾ ਸੰਬੰਧ ਹੈ, ਬਹੁਤ ਗਹਿਰਾ ਸੰਬੰਧ ਹੈ। ਵੱਡੇ ਵੱਡੇ ਗਾਇਕ ਗੀਤਕਾਰ ਸ਼ਰਾਬ ਦੇ ਪਿਆਲਿਆਂ 'ਚ ਡੁੱਬ ਗਏ ਨੇ, ਡੁੱਬ ਰਹੇ ਨੇ, ਤੁਸੀਂ ਵੇਖਿਓ ਇਹ ਹੋ ਰਿਹਾ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਕੰਮ ਨਹੀਂ ਕਰਨੇ। ਭਾਈ ਮਰਦਾਨਿਆਂ ਫਿਰ ਮੇਰੇ ਨਾਲ ਤੁਰਨਾ ਬੜਾ ਸੌਖਾ ਹੈ, ਗੁਰੂ ਨਾਲ ਜਿਹੜਾ ਸਹਿਮਤ ਹੋ ਗਿਆ ਸੌਖਾ ਹੈ, ਫਿਰ ਸਤਿਗੁਰੂ ਨਾਲ ਤੁਰਨਾ ਥੋੜ੍ਹਾ ਔਖਾ ਹੈ। ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਤੁਰੇ ਨੇ। ਜੇ ਆਪਾਂ ਤਵਾਰੀਖ ਨੂੰ ਵੇਖਦੇ ਹਾਂ 1580, ਮੈਂ ਬੇਨਤੀ ਕਰਾਂ ਮਾਫ਼ ਕਰਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ 1480 ਤੋਂ 1534, ਮਾਫ਼ ਕਰਨਾ ਇਹ ਸੰਨ ਬਣਦਾ 1480 ਤੋਂ 1534। ਵੇਖੋ 50 ਸਾਲ 54 ਸਾਲ ਸਮਾਂ ਬਣਦਾ, 50 ਸਾਲ ਤੋਂ ਵੱਧ ਜਿਹੜਾ ਸਾਥ ਰਿਹਾ ਧੰਨ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦਾ। ਤੇ ਜਦੋਂ ਫਿਰ ਗੁਰੂ ਨਾਨਕ ਸਾਹਿਬ ਚੜ੍ਹਿਆ ਸੋਧਣ ਧਰਤ ਲੁਕਾਈ, ਉਦੋਂ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੁਰੇ ਨੇ। ਤੇ ਸੌਖਾ ਨਹੀਂ ਹੈ ਗੁਰਮੁਖੋ। ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਰਹੇ ਬਾਰ-ਬਾਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਆਪਣੇ ਵਲਵਲੇ ਪ੍ਰਗਟ ਕਰਦੇ ਰਹੇ ਨੇ। ਤੇ ਸਿਆਣਿਆਂ ਨੇ ਕਿਹਾ 2 ਚੀਜ਼ਾਂ ਨੇ, ਸ਼ਬਦ ਤੇ ਸੁਰਤ। ਗੁਰੂ ਨਾਨਕ ਸ਼ਬਦ ਹੈ, ਭਾਈ ਮਰਦਾਨਾ ਜੀ ਸੁਰਤ ਹੈ। ਤੇ ਕੋਈ ਨਹੀਂ, ਸੁਰਤ ਬਾਰ-ਬਾਰ ਟੁੱਟਿਆ ਕਰਦੀ ਹੈ, ਸ਼ਬਦ ਬਾਰ-ਬਾਰ ਜੋੜਿਆ ਕਰਦਾ ਹੈ, ਕੋਈ ਗੱਲ ਨਹੀਂ। ਸੁਰਤ ਟੁੱਟਦੀ, ਆਪਾਂ ਸਾਰੇ ਜਗਿਆਸੂ ਆ,
ਬਾਰ-ਬਾਰ ਸ਼ਬਦ ਟੁੱਟਦੇ, ਗੁਰੂ ਸ਼ਬਦ ਜੋੜਦਾ ਹੈ। ਸਾਡਾ ਮਨ, ਸਾਡੀ ਸੁਰਤ ਬਾਰ-ਬਾਰ ਭੱਜਦੀ ਹੈ, ਗੁਰੂ ਦਾ ਸ਼ਬਦ ਫੇਰ ਖਿੱਚ ਕੇ ਲੈ ਆਉਂਦਾ। ਤੋ ਕੱਲਾ ਇਹ ਸਰੀਰਾਂ ਦੀ ਗੱਲ ਨਹੀਂ ਹੈ। ਭਾਈ ਮਰਦਾਨਾ ਜੀ ਸੁਰਤ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਰੂਪ ਅੰਦਰ ਨੇ। ਤੇ ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਜੀ ਨਾਲ ਗਏ, ਕਿੰਨੀਆਂ ਸਾਖੀਆਂ ਨੇ ਭਾਈ ਮਰਦਾਨਾ ਜੀ ਦੀਆਂ। ਤੇ ਵੇਖੋ, ਜਦੋਂ ਵੀ ਕਹਿੰਦੇ ਸੀ ਨਾ ਗੁਰੂ ਨਾਨਕ ਸਾਹਿਬ, ਇਹ ਨਹੀਂ ਸੀ ਕਹਿੰਦੇ ਮਰਦਾਨਿਆਂ ਆਹ ਰਾਗ ਛੇੜ, ਮਰਦਾਨਿਆਂ ਆਹ ਸੁਰ ਛੇੜ। ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਸੀ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ, ਇਹੀ ਕਹਿੰਦੇ ਸੀ। ਕਿੱਡੇ ਮਾਹਰ ਹੋਣਗੇ। ਵੈਸੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਜ਼ਿਕਰ ਕੀਤਾ, ਇੱਕ ਹਰੀ ਸੈਣ ਦਾ ਤੁਸੀਂ ਨਾਮ ਸੁਣਿਆ, ਤਾਨਸੇਨ ਦਾ ਨਾਮ ਤੁਸੀਂ ਸੁਣਿਆ। ਜਿਹੜਾ ਤਾਨਸੇਨ ਹੋਇਆ ਉਹਦਾ ਉਸਤਾਦ ਕਿਹਾ ਜਾਂਦਾ ਹਰੀ ਸੈਣ ਹੈ। ਹਰੀ ਸੈਣ ਭਾਈ ਮਰਦਾਨਾ ਜੀ ਦੇ ਹਜ਼ੂਰ, ਉਹਨਾਂ ਨੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ। ਭਾਈ ਮਰਦਾਨਾ ਜੀ ਕੋਲੋਂ ਸਿੱਖਿਆ ਹਰੀ ਸੈਣ ਬਹੁਤ ਕੁਝ, ਜਿਹਦਾ ਅੱਗੇ ਚੇਲਾ ਹੋਇਆ ਤਾਨਸੇਨ, ਜਿਹਦਾ ਜ਼ਿਕਰ ਬਹੁਤ ਵੱਡਾ ਸੰਗੀਤ ਵਿੱਚ ਆਉਂਦਾ ਹੈ। ਤੇ ਕਿੰਨੇ ਮਾਹਰ ਹੋਣਗੇ ਭਾਈ ਮਰਦਾਨਾ ਜੀ। ਹਾਂ ਠੀਕ ਹੈ, ਮੰਗਦੇ ਵੀ ਨੇ, ਗੁਰੂ ਨਾਨਕ ਕੋਲੋਂ ਹੀ ਮੰਗਦੇ ਨੇ। ਬਾਬਰ ਮਿਲਿਆ ਨਹੀਂ ਵੀ ਬਾਬਰ ਅੱਗੇ ਝੋਲੀ ਅੱਡ ਲਈ, ਜੋਗੀ ਮਿਲੇ ਤੇ ਜੋਗੀਆਂ ਪਿੱਛੇ ਨਹੀਂ ਭੱਜ ਤੁਰੇ। ਭਾਈ ਮਰਦਾਨਾ ਜੀ ਨੇ ਠੀਕ ਹੈ, ਸਾਜਨੋਂ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਮਾਣ ਮੰਗੋ ਤਾਣ ਮੰਗੋ, ਧਨ ਲਖਮੀ ਸੁੱਤ ਦੇ। ਸਾਹਿਬ ਕਹਿੰਦੇ ਹੋਰ ਮੈਂ ਕਿਹਦੇ ਕੋਲੋਂ ਮੰਗਾ, ਤੂੰ ਮੇਰਾ ਸਾਜਨ ਹੈ, ਤੇਰੇ ਘਰ ਸਭ ਕੁਝ ਹੈ। ਭਾਈ ਮਰਦਾਨਾ ਜੀ ਦੇ ਨਾਲ ਸੰਬੰਧਿਤ ਖੈਰ ਕਿੰਨੀਆਂ ਸਾਖੀਆਂ ਨੇ ਇਤਿਹਾਸ ਦੇ ਅੰਦਰ, ਤੇ ਆਪਾਂ ਕਈ ਵਾਰ ਸਾਂਝਾ ਕੀਤਾ ਹੈ। ਭਾਈ ਮਰਦਾਨਾ ਇੱਕ ਬਹਾਨਾ ਬਣਦੇ ਨੇ, ਵਲੀ ਕੰਧਾਰੀ ਵਰਗਿਆਂ ਦੇ ਹੰਕਾਰ ਤੋੜਨ ਦਾ ਬਹਾਨਾ ਬਣ ਗਏ। ਭਾਈ ਮਰਦਾਨਾ ਜੀ ਕੌਡੇ ਭੀਲ ਦੇ ਉਧਾਰ ਦਾ ਬਹਾਨਾ ਬਣ ਗਏ। ਤੇ ਬੇਨਤੀ ਕੀਤੀ ਸੀ ਸਤਿਗੁਰੂ ਮੈਂ ਘਰ ਜਾਣਾ। ਸਾਹਿਬ ਕਹਿੰਦੇ ਮਰਦਾਨਿਆਂ ਘਰ ਇਕੱਲਿਆਂ ਨਹੀਂ ਪਹੁੰਚਿਆ ਜਾਣਾ। ਅਸੀਂ ਵੀ ਸਮਝਦੇ ਹਾਂ ਨਾ ਵੀ ਕੀ ਲੋੜ ਹੈ ਗੁਰੂ ਦੀ, ਚਲੋ ਮਹੀਨੇ ਸੰਗਰਾਂਦ ਨੂੰ ਵੇਖਾਂਗੇ, ਚਲੋ ਕੋਈ ਰਸਮ ਹੋਏਗੀ ਫਿਰ ਠੀਕ ਹੈ, ਵਿਆਹ ਹੋਏਗਾ ਤੇ ਫਿਰ ਗੁਰਦੁਆਰਾ ਚੇਤੇ ਆਏਗਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਰਦਾਨੇ ਆਪਾਂ ਇਕੱਠੇ ਚੱਲਾਂਗੇ ਘਰ, ਤੇਰੇ ਕੋਲ ਪਹੁੰਚਿਆ ਨਹੀਂ ਜਾਣਾ। ਨਹੀਂ ਸਤਿਗੁਰੂ ਮੈਂ ਜਾਣਾ। ਚੱਲ ਫਿਰ ਮਰਦਾਨਿਆਂ ਠੀਕ ਹੈ। ਭਾਈ ਮਰਦਾਨਾ ਜੀ ਤੁਰੇ, ਤੁਸੀਂ ਸਾਖੀ ਸੁਣੀ ਹੈ, ਕੌਡੇ ਭੀਲ ਨੇ ਪਕੜਿਆ। ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ। ਗੁਰੂ ਨਾਨਕ ਸਾਹਿਬ ਜੀ ਹਾਜ਼ਰ ਹੋਏ। ਭਾਈ ਮਰਦਾਨੇ ਨੇ ਚਰਨ ਪਕੜ ਲਏ। ਸਤਿਗੁਰੂ ਪਤਾ ਲੱਗ ਗਿਆ ਵੀ ਤੇਰੇ ਬਿਨਾਂ ਘਰ ਨਹੀਂ ਪਹੁੰਚਿਆ ਜਾ ਸਕਦਾ। ਨਿੱਜ ਘਰ ਗੁਰੂ ਤੋਂ ਬਿਨਾਂ ਤੇ ਮਿਲਦਾ ਹੀ ਨਹੀਂ। ਤੇ ਭਾਈ ਮਰਦਾਨੇ ਜੀ ਨੇ ਸਾਹਿਬ ਦੇ ਚਰਨ ਪਕੜੇ ਤੇ ਕੌਡੇ ਭੀਲ ਦਾ ਉਧਾਰ ਹੋਇਆ, ਉਹਦਾ ਉਧਾਰ ਕੀਤਾ। ਬਾਹਰ ਦਾ ਕੜਾਇਆ ਨਹੀਂ ਸੀ ਠੰਡਾ ਕੀਤਾ, ਉਹਦੇ ਜੀਵਨ ਦਾ ਕੜਾਇਆ ਵੀ ਤਪ ਰਿਹਾ ਸੀ ਜਿਹੜਾ, ਉਹ ਵੀ ਸ਼ੀਤਲ ਸ਼ਾਂਤ ਮੇਰੇ ਗੁਰਦੇਵ ਨੇ ਠੰਡਾ ਠਾਰ ਉਹਦਾ ਹਿਰਦਾ ਕਰ ਦਿੱਤਾ। ਨੂਰਾਂ ਜਾਦੂਗਰਨੀ ਦਾ ਉਧਾਰ ਹੋਇਆ ਭਾਈ ਮਰਦਾਨਾ ਜੀ ਨੂੰ ਬਹਾਨਾ ਬਣਾ ਕੇ ਕੀਤਾ। ਉੱਥੇ ਵੀ ਭਾਈ ਮਰਦਾਨਾ ਜੀ ਗਏ। ਤੋ ਕਿੰਨੀਆਂ ਇਤਿਹਾਸ ਦੀਆਂ ਸਾਖੀਆਂ ਨੇ। ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਨੇ। ਤੇ ਜਦੋਂ ਬਗਦਾਦ ਨੂੰ ਗਏ ਨਾ, ਫਿਰ ਬਾਬਾ ਗਿਆ ਬਗਦਾਦ ਨੂੰ। ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ ਪੁੱਜਾ, ਵਾਂਗ ਮੁਸੱਲਾ ਧਾਰੀ। ਸਤਿਗੁਰ ਗਏ। ਭਾਈ ਮਰਦਾਨਾ ਜੀ ਨੇ ਚੋਲਾ ਪਕੜਿਆ ਸੀ ਗੁਰੂ ਨਾਨਕ ਸਤਿਗੁਰੂ ਇੱਕ ਵਾਅਦਾ ਕਰ ਦਿਓ। ਧੰਨ ਗੁਰੂ ਨਾਨਕ ਸਤਿਗੁਰੂ ਮੇਰੇ ਨਾਲ ਇੱਕ ਵਾਅਦਾ ਕਰੋ, ਮੈਨੂੰ ਵਿਛੋੜੋਗੇ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਰਦਾਨਿਆਂ ਨਹੀਂ। ਉੱਥੇ ਬਚਨ ਆਖੇ ਸੀ ਸਾਹਿਬ ਨੇ
ਵੀ ਮਰਦਾਨਿਆਂ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਇਤਿਹਾਸ ਦਾ ਬੋਲ ਹੈ, ਮਰਦਾਨਿਆਂ ਜਿੱਥੇ ਸਾਡਾ ਵਾਸਾ ਹੈ। ਵੇਖੋ ਇੱਥੇ ਗੁਰੂ ਨਾਨਕ ਦਾ ਵਾਸਾ ਹੈ, ਤੇ ਗੱਲ ਕਿਹਦੀ ਚੱਲ ਰਹੀ ਹੈ? ਸਾਡੀ ਕੁੱਲਾਂ ਦੀ ਗੱਲ ਥੋੜ੍ਹਾ ਚੱਲ ਰਹੀ ਹੈ। ਭਾਈ ਮਰਦਾਨੇ ਜੀ ਦਾ ਵੀ ਵਾਸਾ ਹੈ, ਉਹਨਾਂ ਦਾ ਵੀ ਇਤਿਹਾਸ, ਉਹਨਾਂ ਦੀ ਵੀ ਸਾਖੀ, ਉਹਨਾਂ ਦੀ ਵਡਿਆਈ। ਭਾਈ ਗੁਰਦਾਸ ਨੂੰ ਪੜ੍ਹੋਗੇ ਉਹਦੇ 'ਚ ਵੀ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋਗੇ ਉਹਦੇ 'ਚ ਵੀ। ਤੇ ਜਦੋਂ ਧੰਨ ਗੁਰੂ ਨਾਨਕ ਸਤਿਗੁਰੂ ਗਏ ਸਨ ਤੇ ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਬਾਂਗ ਦਿੱਤੀ ਸੀ, ਗੁਰਬਰ ਅਕਾਲ ਚਿਤ ਚਰਨ ਨਾਮ ਘਰ ਘਰ ਪ੍ਰਣਾਮ। ਧੰਨ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਭਾਈ ਮਰਦਾਨਾ ਜੀ ਉੱਥੇ ਨਾਲ ਸੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਭਾਈ ਮਰਦਾਨਾ ਜੀ ਚਾਰ ਦਿਸ਼ਾਵਾਂ ਵਿੱਚ ਵਿਚਰੇ, ਹਰੇਕ ਪਾਸੇ ਨੂੰ ਤੁਰੇ। ਬਹੁਤ ਸਾਰੀਆਂ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਪ੍ਰਾਪਤ ਕੀਤੀਆਂ ਭਾਈ ਮਰਦਾਨਾ ਜੀ ਨੇ। ਤੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਜ਼ਿਕਰ ਕੀਤਾ, ਭਾਈ ਸਾਹਿਬ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ। ਤੇ ਅੱਜ ਸਾਹਿਬ ਨੂੰ ਕਹਿਤਾ ਸੀ ਸਤਿਗੁਰੂ, ਹੁਣ ਤੁਹਾਡੇ ਨਾਲ ਤੁਰਿਆ ਨਹੀਂ ਜਾਣਾ, ਕਿਉਂਕਿ ਭਾਵੇਂ ਸਾਂਝ ਸੁਰਤ ਦੀ ਜੀਵਨ ਦੀ ਹੋ ਗਈ ਸੀ। ਸਾਡੇ ਵਰਗਿਆਂ ਕੋਲ ਬਹੁਤ ਵਾਰ ਕਈ ਵਾਰ ਸ਼ਿੰਗਾਰੇ ਹੋਏ ਸ਼ਬਦ ਹੁੰਦੇ ਨੇ, ਪਰ ਉਹ ਭਾਵ ਸਮਰਪਣ ਨਹੀਂ ਹੁੰਦਾ। ਤੇ ਮੈਂ ਇਹ ਵੀ ਬੇਨਤੀ ਕਰਦਾ ਵਾਂ, ਭਾਵੇਂ ਮੇਰਾ ਵਿਸ਼ਾ ਕਥਾ ਦਾ ਹੈ, ਪਰ ਸਭ ਤੋਂ ਵੱਡੀ ਦਾਤ ਹੈ ਗੁਰੂ ਨਾਨਕ ਦੇ ਦਰ ਘਰ ਦੀ ਕੀਰਤਨ। ਸਭ ਤੋਂ ਵੱਡੀ ਦਾਤ। ਕਥਾ ਵੇਖੋ ਇਕੱਲੇ ਨਹੀਂ ਕੀਤੀ ਜਾ ਸਕਦੀ, ਪਰ ਕੀਰਤਨ ਘਰ 'ਚ ਕੋਈ ਇਕੱਲਾ ਵੀ ਬੈਠਾ ਹੋਏ ਕਰ ਸਕਦਾ। ਕੀਰਤਨ ਰੱਬ ਦੀ ਨਿਰੋਲ ਇਬਾਦਤ ਹੈ। ਇਕੱਲਾ ਕੀਰਤਨ ਕਰ ਸਕਦਾ ਕੋਈ ਨਹੀਂ ਹੈ, ਕਿਉਂਕਿ ਕੀਰਤਨ ਉਹਦੀ ਵਡਿਆਈ ਹੈ, ਉਹਦੀ ਮਹਿਮਾ ਹੈ। ਤੇ 19 ਰਾਗਾਂ 'ਚ ਬਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 19 ਰਾਗਾਂ 'ਚ। ਤੇ ਜਦੋਂ ਵੀ ਗੁਰੂ ਨਾਨਕ ਸਤਿਗੁਰੂ ਕੋਈ ਬਾਣੀ ਦਾ ਸ਼ਬਦ ਉਚਾਰਦੇ ਹੋਣਗੇ, ਲਾਗੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ। ਕਿੱਡੇ ਭਾਗਾਂ ਵਾਲੇ। ਧੰਨ ਗੁਰੂ ਨਾਨਕ ਸਾਹਿਬ ਦੇ ਪਾਵਨ ਮੁਖਾਰ ਬਿਨ ਤੋਂ ਇੱਕ ਇੱਕ ਸ਼ਬਦ ਗੁਰੂ ਨਾਨਕ ਦੀ ਬਾਣੀ ਦਾ ਭਾਈ ਮਰਦਾਨਾ ਜੀ ਨੇ ਸੁਣਿਆ, ਇੱਕ ਇੱਕ ਸ਼ਬਦ। 19 ਰਾਗਾਂ 'ਚ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ। ਤੇ ਜਦੋਂ ਸਾਹਿਬ ਕਹਿੰਦੇ ਹੋਣਗੇ ਮਰਦਾਨਿਆਂ ਰਬਾਬ ਵਜਾ, ਤੇ ਜਿਹੜੇ ਰਾਗ ਸਾਹਿਬ ਜੀ ਗਾਉਂਦੇ ਸਨ ਉਹੀ ਰਾਗ ਭਾਈ ਮਰਦਾਨਾ ਜੀ ਵਜਾਉਂਦੇ ਸਨ, ਉਸੇ ਰਾਗ 'ਚ। ਕਿੰਨਾ ਰਸ। ਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ, ਸਤਿਗੁਰੂ ਮੈਨੂੰ ਲੋਕ ਡੂਮ ਆਖਦੇ ਨੇ, ਡੂਮ। ਤੇ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਭਾਈ ਮਰਦਾਨਾ ਜੀ ਰਹਿੰਦੇ ਰਹੇ, ਪਰ ਬੇਨਤੀ ਕੀਤੀ ਸੀ, ਸਤਿਗੁਰੂ ਪਹਿਲੋਂ ਮਲਾਲ ਹੁੰਦਾ ਸੀ, ਲੋਕ ਡੂਮ ਕਹਿੰਦੇ ਨੇ। ਤੁਹਾਡੇ ਲਾਗੇ ਰਹਿ ਕੇ ਸਤਿਗੁਰੂ ਹੁਣ ਪਤਾ ਲੱਗਾ ਵੀ ਡੂਮ ਹੋਣਾ ਮਾੜਾ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ, ਜੇ ਮੈਂ ਡੂਮ ਹਾਂ, ਤੁਸੀਂ ਵੀ ਤੇ ਡੂਮ ਹੋ। ਤੁਸੀਂ ਰੱਬ ਦੇ ਡੂਮ ਹੋ, ਮੈਂ ਤੁਹਾਡਾ ਡੂਮ। ਤੁਸੀਂ ਰੱਬ ਦਾ ਜਸ ਕਰਨ ਵਾਲੇ, ਮੈਂ ਤੁਹਾਡੇ ਲਾਗੇ ਬਹਿ ਕੇ ਰਬਾਬ ਵਜਾਉਣ ਵਾਲਾ। ਸਤਿਗੁਰੂ ਮੈਂ ਤੁਹਾਡਾ ਡੂਮ ਹੈ। ਤੇ ਬੇਨਤੀ ਕੀਤੀ ਸੀ, ਗੁਰੂ ਨਾਨਕ ਸਤਿਗੁਰੂ ਤੁਸੀਂ ਨਿਰੰਕਾਰ ਪਾਇਆ, ਤੇ ਮੈਂ ਬਹੁਤ ਭਾਗਾਂ ਵਾਲਾ ਹਾਂ, ਮੈਂ ਨਾਨਕ ਪਾਲੇ। ਕਿਉਂਕਿ ਜਿਨੇ ਗੁਰੂ ਪਾਇਆ ਉਹਨੇ ਰੱਬ ਪਾਲਿਆ, ਇੱਕੋ ਹੀ ਵਡਿਆਈ ਹੈ। ਧੰਨ ਗੁਰੂ ਨਾਨਕ ਸਾਹਿਬ ਜਦੋਂ ਫਿਰ ਕਿਉਂਕਿ ਉੱਥੇ ਵੀ ਵੱਖ-ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਪਰ ਅਫਗਾਨਿਸਤਾਨ ਕੁਰਮ ਦਰਿਆ, ਜਿੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਕਹਿਤਾ ਸੀ, ਗੁਰੂ ਨਾਨਕ ਸਤਿਗੁਰੂ ਜੀ ਹੁਣ ਨਹੀਂ ਤੁਰਿਆ ਜਾਣਾ। ਸਤਿਗੁਰੂ ਹੁਣ ਰਬਾਬ ਵੱਜਣੀ ਨਹੀਂ, ਕਿਉਂਕਿ ਸਰੀਰ ਦਾ ਸਾਜ਼ ਹੀ ਨਹੀਂ ਵੱਜ ਰਿਹਾ, ਤੇ ਰਬਾਬ ਕਿੱਥੋਂ ਵੱਜੇਗੀ। ਉਹ ਧੰਨ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਜਦੋਂ ਭਾਈ ਮਰਦਾਨਾ ਜੀ ਨੇ ਆਖਿਆ ਸੀ, ਧੰਨ ਗੁਰੂ ਨਾਨਕ ਸਤਿਗੁਰੂ ਬੈਠ ਗਏ। ਕਿੰਨਾ ਸਮਾਂ ਗੁਰੂ ਨਾਨਕ ਸਤਿਗੁਰੂ ਕੁਝ ਬੋਲੇ ਨਹੀਂ,
ਤੇ ਭਾਈ ਮਰਦਾਨਾ ਜੀ ਨੇ ਸਾਹਿਬ ਜੀ ਦੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੂੰ ਰਬਾਬ ਪਕੜਾਈ ਤੇ ਭਾਈ ਮਰਦਾਨਾ ਜੀ ਆਪ ਸਰੀਰ ਦਾ ਚੋਲਾ ਤਿਆਗਦੇ ਨੇ। ਜੇ ਆਪਾਂ ਕਾਹਨ ਸਿੰਘ ਨਾਭਾ ਜੀ ਦਾ ਸਰੋਤ ਵੇਖਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਰਬਾਬ ਸਪੁਰਦ ਕੀਤੀ ਤੇ ਸਾਹਿਬ ਨੇ ਫਿਰ ਕਿਹਾ ਸੀ, ਮਰਦਾਨਿਆਂ ਜਿੱਥੇ ਸਾਡਾ ਵਾਸਾ ਉੱਥੇ ਤੇਰਾ ਵਾਸਾ, ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਣ, ਹੰਬੀ ਵੰਝਾਂ ਡੂਮਣੀ ਰੋਵਾਂ ਝੀਣੀ ਬਾਣ। ਧੰਨ ਗੁਰੂ ਨਾਨਕ ਸਾਹਿਬ ਦੇ ਨੇਤਰ ਭਿੱਜੇ ਸਨ ਇਤਿਹਾਸਕਾਰਾਂ ਨੇ, ਕਿਉਂਕਿ ਇੱਕ ਰੋਣਾ ਹੁੰਦਾ ਕਿਸੇ ਮੋਹ 'ਚ, ਖੁਸ਼ੀ ਵਿੱਚ ਵੀ ਬੰਦਾ ਅੱਖਾਂ ਗਵਾਹੀ ਭਰਦੀਆਂ ਨੇ, ਖੁਸ਼ੀ ਦੀ ਵੀ ਅੱਖਾਂ ਦੁੱਖ ਦੀ ਵੀ ਗਵਾਹੀ ਭਰਦੀਆਂ ਨੇ, ਅੱਖਾਂ ਮੋਹ ਦੀ ਵੀ ਗਵਾਹੀ ਭਰਦੀਆਂ ਨੇ, ਅੱਖਾਂ ਮਿਲਾਪ ਦੀ ਵੀ ਗਵਾਹੀ ਭਰਦੀਆਂ ਨੇ, ਵਿਛੋੜੇ ਦੀ ਵੀ ਗਵਾਹੀ ਭਰਦੀਆਂ ਨੇ। 50 ਸਾਲ ਤੋਂ ਵੱਧ ਸਮਾਂ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰਹੇ, ਨਾ ਪੁੱਤਰ ਉਹਨਾਂ ਸਮਾਂ ਰਹੇ, ਨਾ ਮਾਂ, ਨਾ ਪਿਓ, ਨਾ ਪਤਨੀ, ਨਾ ਭੈਣ, ਨਾ ਜੀਜਾ। ਤੇ ਉੱਥੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ, ਇਹ ਵੀ ਜ਼ਿਕਰ ਆਉਂਦਾ ਹੈ, ਸਾਹਿਬ ਨੇ ਪੁੱਛ ਲਿਆ ਸੀ, ਮਰਦਾਨਿਆਂ ਕੋਈ ਇੱਛਾ ਹੈ, ਕੋਈ ਮੜੀ ਦੀ, ਕੋਈ ਕਬਰ ਦੀ? ਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ, ਗੁਰੂ ਨਾਨਕ ਸਾਹਿਬ ਜੀਓ ਤੁਹਾਡੇ ਲਾਗੇ ਰਹਿ ਰਹਿ ਕੇ ਸਤਿਗੁਰੂ ਸਰੀਰ ਦੀ ਮੜੀ ਚੋਂ ਆਜ਼ਾਦ ਹੋ ਗਏ, ਹੁਣ ਪੱਥਰਾਂ ਦੀ ਮੜੀ ਦੀ ਕੋਈ ਇੱਛਾ ਨਹੀਂ ਰਹੀ। ਆ ਸਰੀਰ ਦੀ ਮੜੀ ਚੋਂ ਆਜ਼ਾਦ ਹੋ ਗਏ ਭਾਈ ਮਰਦਾਨਾ ਜੀ। ਸਤਿਗੁਰੂ ਹੁਣ ਪੱਥਰਾਂ ਦੀ ਮੜੀ 'ਚ ਨਾ ਮੈਨੂੰ ਕੋਈ ਬੰਦ ਕਰਦਾ, ਸਤਿਗੁਰੂ ਮੈਂ ਤੇਰੇ 'ਚ ਹੀ ਲੀਨ ਰਹਿਣਾ ਚਾਹੁੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਉੱਥੋਂ ਫਿਰ ਤੁਰੇ ਸਨ। ਭਾਈ ਮਰਦਾਨਾ ਜੀ ਦਾ ਜੋ ਅੰਤਮ ਰਸਮਾਂ ਸਾਹਿਬ ਨੇ ਨਿਭਾਈਆਂ, ਤੇ ਜਦੋਂ ਤਲਵੰਡੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਪਹੁੰਚੇ, ਤੇ ਅੱਜ ਸਤਿਗੁਰੂ, ਕਿਉਂਕਿ ਸਤਿਗੁਰੂ ਜਦੋਂ ਨਗਰ 'ਚ ਆਉਂਦੇ ਸਨ ਪਹਿਲੋਂ ਬਾਹਰ ਅਸਥਾਨਾਂ ਕਰਦੇ ਸਨ, ਭਾਈ ਮਰਦਾਨਾ ਜੀ ਸੁਨੇਹਾ ਲੈ ਕੇ ਜਾਂਦਾ ਸੀ ਵੀ ਨਾਨਕ ਸਤਿਗੁਰ ਆ ਗਏ ਨੇ। ਅੱਜ ਸੁਨੇਹਾ ਦੇਣ ਵਾਲਾ ਕੋਈ ਨਹੀਂ ਹੈ। ਅੱਗੇ ਤੇ ਭਾਈ ਮਰਦਾਨਾ ਜੀ ਸੁਨੇਹਾ ਦੇਣ ਜਾਂਦੇ ਸੀ। ਜਦੋਂ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਆਏ, ਤੇ ਭਾਈ ਮਰਦਾਨਾ ਜੀ ਦੇ 2 ਪੁੱਤਰ ਨੇ, ਰਜ਼ਾਦਾ ਤੇ ਸਜਾਦਾ। ਭਾਈ ਮਰਦਾਨਾ ਜੀ ਦੇ ਦੋਨੋਂ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਨੇ ਜਿੱਥੇ ਅਸਥਾਨਾ ਕੀਤਾ ਉੱਥੇ ਹਾਜ਼ਰ ਹੋਏ। ਤੇ ਜਦੋਂ ਸਾਹਿਬ ਜੀ ਦੇ ਹਜ਼ੂਰ ਹਾਜ਼ਰ ਹੋਏ, ਤੇ ਭਾਈ ਸਜਾਦੇ ਨੇ ਪੁੱਛਿਆ ਸੀ, ਧੰਨ ਗੁਰੂ ਨਾਨਕ ਸਤਿਗੁਰੂ ਸਾਡੇ ਅੱਬਾ ਨਹੀਂ ਆਏ। ਗੁਰੂ ਨਾਨਕ ਸਾਹਿਬ ਚੁੱਪ ਕਰ ਗਏ। ਰਜ਼ਾਦੇ ਸਜਾਦੇ ਨੇ ਫਿਰ ਪੁੱਛਿਆ, ਗੁਰੂ ਨਾਨਕ ਸਤਿਗੁਰੂ ਸਾਡੇ ਅੱਬਾ ਘਰ ਨਹੀਂ ਪਹੁੰਚੇ। ਤੇ ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸਾਹਿਬ ਨੇ ਕਿਹਾ, ਰਜ਼ਾਦੇ ਸਜਾਦੇ ਤੁਹਾਡੇ ਅੱਬਾ ਆਪਣੇ ਘਰ ਪਹੁੰਚ ਗਏ ਨੇ, ਆਪਣੇ ਘਰ ਪਹੁੰਚ ਗਏ ਨੇ। ਤੋ ਰੱਬ ਦਾ ਪਿਆਰਾ ਸੰਤ ਸੱਜ ਜਾਣੇ। ਆ ਬਾਣੀ 'ਚ ਬਚਨ ਆਪਾਂ ਪੜ੍ਹਦੇ ਹਾਂ ਭਗਤ ਕਬੀਰ ਜੀ ਦਾ, ਕਬੀਰ ਸੰਤ ਮੋਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਵਾਪਰੇ, ਜੋ ਹਾਟੈ ਹਾਟ ਵਿਕਾਏ। ਤੇ ਉੱਥੇ ਰਜ਼ਾਦਾ ਸਜਾਦਾ ਬੜੇ ਗੰਭੀਰ ਹੋਏ, ਭਾਵੇਂ ਵਡੇਰੀ ਉਮਰ ਸੀ ਭਾਈ ਭਾਈ ਮਰਦਾਨਾ ਜੀ ਦੀ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਰਜ਼ਾਦੇ ਸਜਾਦੇ ਨੂੰ ਕਿਹਾ ਸੀ, ਠਹਿਰੋ, ਤੁਸੀਂ ਘਰ ਖਾਲੀ ਨਹੀਂ ਪਰਤਣਾ। ਅੱਗੇ ਤੁਸੀਂ ਅੱਬਾ ਨੂੰ ਅੱਗੋਂ ਲੈਣ ਜਾਂਦੇ ਸੀ, ਸੁਨੇਹਾ ਦਿੰਦਾ ਸੀ ਅੱਬਾ ਤੁਹਾਡਾ ਜਾ ਕੇ। ਤੇ ਗੁਰੂ ਨਾਨਕ ਸਾਹਿਬ ਨੇ ਇਤਿਹਾਸ ਦੱਸਦਾ ਹੈ, ਭਾਈ ਮਰਦਾਨਾ ਜੀ ਨੂੰ ਜਿਹੜੀ ਰਬਾਬ ਸੀ ਨਾ, ਸਤਿਗੁਰ ਨੇ ਬਸਤਰ ਵਿੱਚ ਲਪੇਟੀ ਹੋਈ ਸੀ, ਉਹ ਰਬਾਬ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਰਜ਼ਾਦੇ ਨੂੰ ਬਖਸ਼ੀ। ਸਾਹਿਬ ਕਹਿਣ ਲੱਗੇ, ਹੁਣ ਇਹ ਅਮਾਨਤ ਤੁਹਾਡੇ ਕੋਲ ਰਹੇ, ਜਿੱਥੋਂ ਰਬਾਬੀਆਂ ਦੀ ਆ ਪੀੜ੍ਹੀ ਤੁਰਦੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ, ਹੁਣ ਇਸ ਰਬਾਬ ਦੀ ਸੇਵਾ ਹੁਣ ਤੁਹਾਡੇ ਕੁੱਲ 'ਚ ਹੈ, ਇਹ ਤੁਸੀਂ ਕਰਨੀ ਹੈ। ਇਹ ਅੱਬਾ ਦੀ ਦੌਲਤ ਹੈ, ਇਹ ਅੱਬਾ ਦੀ ਅਮਾਨਤ ਹੈ, ਇਹ ਨਿਸ਼ਾਨੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਰਬਾਬ ਦੀ, ਸਾਜ ਦੀ
ਭਾਈ ਮਰਦਾਨਾ ਜੀ ਦੇ ਪਰਿਵਾਰ ਬੱਚਿਆਂ ਨੂੰ ਬਖਸ਼ਿਸ਼ ਕਰ ਦਿੱਤੀ। ਤੇ ਸੱਚ ਜਾਣਿਓ ਭਾਈ ਗੁਰਦਾਸ ਜੀ ਨੇ ਤਾਂ ਹੀ ਪੂਰੀ ਪੰਕਤੀ 'ਚ ਬਖਸ਼ਿਸ਼ ਕੀਤੀ ਹੈ। ਭਲਾ ਬੜਾ ਚੰਗਾ, ਭਲਾ ਦਾ ਅਰਥ ਹੈ ਚੰਗਾ, ਸ੍ਰੇਸ਼ਟ, ਉੱਤਮ। ਰਬਾਬ ਵਜਾਏਂਦਾ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਕਦੇ ਨਹੀਂ ਕਿਹਾ ਹੋਵੇਗਾ ਸਤਿਗੁਰੂ ਮੈਂ ਨਹੀਂ ਵਜਾਉਣੀ, ਕਦੇ ਨਹੀਂ। ਭਾਈ ਸਾਹਿਬ ਕਹਿੰਦੇ ਮਜਲਸ, ਆ ਮਜਲਸ ਦਾ ਅਰਥ ਹੁੰਦਾ ਸਭਾ। ਇੱਕ ਮਜਲਸ ਉਹ ਵੀ ਹੁੰਦੇ ਜਿੱਥੇ ਗੀਤ ਸੰਗੀਤ ਹੁੰਦਾ। ਇਹ ਸ਼ਬਦ ਪੁਰਾਣੇ ਨੇ, ਮਾੜੇ ਨਹੀਂ ਸ਼ਬਦ ਮੈਂ ਬੇਨਤੀ ਕਰਾਂ। ਆ ਜਲਸਾ ਸ਼ਬਦ ਹੈ, ਪਹਿਲੋਂ ਜਲੂਸ ਸ਼ਬਦ ਆਪਾਂ ਵਰਦੇ ਹੁੰਦੇ ਸਾਂ ਨਗਰ ਕੀਰਤਨ ਵਾਸਤੇ, ਮਾੜਾ ਥੋੜਾ ਸੀ। ਜਲੂਸ ਨਿਕਲਦਾ ਸੀ ਜਦੋਂ ਬਾਦਸ਼ਾਹ ਨਿਕਲਦਾ ਸੀ, ਹਾਥੀ ਘੋੜੇ ਨੌਕਰ ਚਾਕਰ। ਉਹ ਇੱਕ ਬਾਦਸ਼ਾਹ ਦੀ ਆਭਾ ਪਰਬਤਾ ਦਾ ਪ੍ਰਤੀਕ ਸੀ। ਆਪਾਂ ਉਹਨੂੰ ਮਾੜਾ ਸਮਝਣ ਲੱਗ ਪਏ। ਖੈਰ ਚਲੋ ਕੋਈ ਨਹੀਂ, ਉਹਦੇ ਤੋਂ ਸੋਹਣਾ ਸ਼ਬਦ ਸਾਨੂੰ ਮਿਲ ਗਿਆ ਨਗਰ ਕੀਰਤਨ। ਤੋਂ ਮੈਂ ਬੇਨਤੀ ਕਰ ਰਿਹਾ ਸਾਂ, ਸ਼ਬਦ ਮਾੜੇ ਨਹੀਂ ਹੁੰਦੇ। ਮਜਲਸ ਸ਼ਬਦ ਆ ਗੁਰੂ ਕੀ ਸੰਗਤ ਵਾਸਤੇ, ਜਿੱਥੇ ਗੁਰੂ ਨਾਨਕ ਸਤਿਗੁਰੂ, ਮਜਲਸ ਕਿਹੜੀ? ਗੁਰੂ ਨਾਨਕ ਦੀ ਸਭਾ ਦੇ ਅੰਦਰ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਭਾ 'ਚ ਰਬਾਬ ਵਜਾਈ ਹੈ। ਗੁਰੂ ਜੀ ਦੇ ਹਜ਼ੂਰ ਬੈਠ ਕੇ ਰਬਾਬ ਵਜਾਈ ਹੈ। ਤਾਂ ਭਾਈ ਸਾਹਿਬ ਕਹਿੰਦੇ ਮਰਦਾਨਾ ਮੀਰਾਸੀ, ਮਰਦਾਨਾ ਹੈ ਜਿਹੜਾ। ਵੈਸੇ ਕਈ ਸਾਖੀਕਾਰਾਂ ਨੇ ਇਹ ਵੀ ਸਾਖੀ ਲਿਖੀ ਹੈ, ਮਾਪਿਆਂ ਨੇ ਨਾਮ ਰੱਖਿਆ ਸੀ ਮਰ ਜਾਣ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਹੀਂ ਮਰਦਾ, ਇਹ ਮਰਦਾਨਾ ਹੈ। ਪਰ ਹਕੀਕਤ ਵਿੱਚ ਗੁਰੂ ਨਾਨਕ ਸਾਹਿਬ ਤੋਂ ਤੇ 10 ਸਾਲ ਪਹਿਲਾਂ ਭਾਈ ਮਰਦਾਨਾ ਜੀ ਜਨਮੇ ਨੇ। 10 ਸਾਲ ਵੱਡੇ ਸਨ ਗੁਰੂ ਨਾਨਕ ਸਾਹਿਬ ਜੀ ਤੋਂ। ਖੈਰ ਮਾਪਿਆਂ ਨੇ ਨਾਮ ਦਾਨਾ ਰੱਖਿਆ ਸੀ, ਹਾਂ ਮਰਦਾਨਾ ਬਣ ਗਿਆ। ਤੇ ਸਿੱਖੀ ਦੀ ਯਾਤਰਾ ਵੇਖਿਓ, ਰਬਾਬ ਤੋਂ ਨਗਾਰੇ ਤੱਕ ਦੀ ਹੈ ਸਿੱਖੀ ਦੀ ਯਾਤਰਾ। ਜੇ ਭਗਤੀ ਤੇ ਸ਼ਕਤੀ ਦੀ ਗੱਲ ਕਰਨੀ ਹੋਵੇ, ਜੇ ਸੰਤ ਤੇ ਸਿਪਾਹੀ ਦੀ ਗੱਲ ਕਰਨੀ ਹੋਵੇ, ਆ ਰਬਾਬ ਭਗਤੀ ਦੀ ਪ੍ਰਤੀਕ ਹੈ। ਤੇ ਸਾਹਿਬ ਨੇ ਕਿਹਾ ਇਸ ਘਰ 'ਚ ਰਬਾਬ ਵੀ ਰਹੇਗੀ, ਇਸ ਘਰ 'ਚ ਨਗਾਰਾ ਵੀ ਰਹੇਗਾ। ਇੱਕ ਪਾਸੇ ਭਗਤੀ ਹੈ, ਨਗਾਰਾ ਸ਼ਕਤੀ ਦਾ ਪ੍ਰਤੀਕ ਹੈ, ਬਾਦਸ਼ਾਹਤ ਦਾ ਪ੍ਰਤੀਕ ਹੈ ਗੁਰੂ ਦੀ। ਇਹ ਦੋਨੋਂ ਦਾਤਾਂ ਵਰਤੀਆਂ ਰਹਿਣਗੀਆਂ। ਤੇ ਇਸ ਘਰ 'ਚ ਸਨਮਾਨਿਤ ਨੇ ਉਹ ਜਿਨ੍ਹਾਂ ਕੋਲ ਭਗਤੀ ਸੀ, ਸ਼ਕਤੀ ਸੀ, ਸੇਵਾ ਸੀ, ਬੰਦਗੀ ਸੀ। ਗੁਰਮੁਖੋ ਉਹੀ ਗੁਰੂ ਨਾਨਕ ਦੇ ਦਰ ਘਰ ਪ੍ਰਵਾਨ ਹੁੰਦੇ ਨੇ। ਨਹੀਂ ਤੇ ਸਾਹਿਬ ਨੇ ਵਚਨ ਆਖੇ ਨੇ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਮੇਰੇ ਗੁਰਦੇਵ ਕਹਿੰਦੇ ਕੋ ਨੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਪਰ ਇਸ ਘਰ 'ਚ ਪ੍ਰਾਪਤੀ ਉਹਦੇ ਕੋਲ ਹੈ ਜਿਹਦੇ ਕੋਲ ਸੇਵਾ ਹੈ, ਸਿਮਰਨ ਹੈ, ਭਗਤੀ ਹੈ। ਕਿਸੇ ਵੀ ਰੂਪ ਅੰਦਰ ਗੁਰੂ ਦੀ ਦਾਤ ਜੀਵਨ 'ਚ ਕੋਈ ਵੀ ਸੰਭਾਲ ਲੈ, ਕਿਸੇ ਵੀ ਰੂਪ ਅੰਦਰ, ਉੱਥੇ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਨਿਰੰਤਰ ਵਰਤੀਆਂ ਨੇ। ਮਹਾਨ ਗੁਰੂ ਕੇ ਸਿੱਖ ਭਾਈ ਸਾਹਿਬ ਭਾਈ ਮਰਦਾਨਾ ਜੀ, ਬਹੁਤ ਵੱਡੀ ਕਾਲ ਕਰਨੀ ਉਹਨਾਂ ਦੇ ਜੀਵਨ ਦੀ ਹੈ। ਤੇ ਉਹਨਾਂ ਦਾ ਜੀਵਨ ਪੜ੍ਹ ਕੇ, ਸਾਖੀਆਂ ਪੜ੍ਹ ਕੇ ਸਾਡੇ ਵੀ ਟੁੱਟੇ ਮਨ ਸ਼ਰਧਾ ਭਰੋਸੇ ਦੇ ਨਾਲ ਭਰ ਜਾਂਦੇ ਨੇ। ਤੋ ਗੁਰੂ ਕਿਰਪਾ ਕਰਨ, ਭਾਈ ਮਰਦਾਨਾ ਜੀ ਉਹਨਾਂ ਨੇ ਰਬਾਬ ਵਜਾਈ, ਗੁਰੂ ਦੀ ਸੇਵਾ 'ਚ ਹਾਜ਼ਰ ਰਹੇ। ਅਸੀਂ ਵੀ ਗੁਰੂ ਕੀ ਬਾਣੀ, ਗੁਰੂ ਉਪਦੇਸ਼, ਗੁਰੂ ਸਿੱਖਿਆ ਬਾਣੀ ਨਾਲ ਜੁੜ ਕੇ ਗੁਰੂ ਦੀ ਨੇੜਤਾ, ਗੁਰੂ ਦੀਆਂ ਅਸੀਸਾਂ, ਅਸੀਂ ਵੀ ਗੁਰੂ ਦੇ ਪਿਆਰੇ, ਗੁਰੂ ਦੇ ਭਾਈ ਬਣ ਜਾਈਏ। ਗੁਰ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਆਪ ਸਭ ਦਾ ਧੰਨਵਾਦ। ਆਓ ਸਾਰੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ, ਫਿਰ ਸੰਪੂਰਨਤਾ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰ ਦਾਤਾ ਗੁਰ ਹਿਵੈ ਕਰ, ਗੁਰ ਦੀਪਕ ਤਿਹ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਸਕਹੁ ਟਲ ਗੁਰ ਸੇਵੀਐ, ਅਹਨਿਸ